ਹਾਂਜੀ, ਹਾਜ਼ਰ ਹੋ ਚੁੱਕੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਕਹਿੰਦੇ ਭਰਾ ਦਾ ਹਿੱਸਾ ਖਾਣ ਵਾਲੇ ਨੂੰ ਪਰਮਾਤਮਾ ਕਿਹੜੀ ਸਜ਼ਾ ਦਿੰਦਾ ਹੈ। ਆਓ ਜਾਣਦੇ ਹਾਂ ਇੱਕ ਸਿੱਖਿਆਦਾਇਕ ਕਹਾਣੀ ਰਾਹੀਂ ਮੈਂ ਤੁਹਾਨੂੰ ਸਮਝਾਉਂਦੀ ਹਾਂ। ਜੇਕਰ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਲਿਆ ਤਾਂ ਵਿਸ਼ਵਾਸ ਮੰਨਿਓ ਤੁਸੀਂ ਜ਼ਿੰਦਗੀ ਵਿੱਚ ਕਦੇ ਵੀ ਭਰਾ ਦਾ ਹਿੱਸਾ ਨਹੀਂ ਮਾਰੋਗੇ। ਸੋ ਇੱਕ ਪਿੰਡ ਵਿੱਚ ਚਮਕੌਰ ਤੇ ਕੁਲਵੀਰ ਨਾਮ ਦੇ ਦੋ ਭਰਾ ਰਹਿੰਦੇ ਸਨ। ਦੋਵੇਂ ਭਰਾਵਾਂ ਦਾ ਵਿਆਹ ਹੋ ਚੁੱਕਿਆ ਸੀ। ਚਮਕੌਰ ਵੱਡਾ ਸੀ ਤੇ ਕੁਲਵੀਰ ਛੋਟਾ ਸੀ। ਚਮਕੌਰ ਬੜਾ ਹੀ ਚਲਾਕ ਕਿਸਮ ਦਾ ਇਨਸਾਨ ਸੀ, ਪਰ ਉਸਦਾ ਛੋਟਾ ਭਰਾ ਕੁਲਵੀਰ ਬਹੁਤ ਮਿਹਨਤੀ ਤੇ ਸਿੱਧਾ ਸਾਦਾ ਸੀ। ਦੋਵਾਂ ਭਰਾਵਾਂ ਦੇ ਹਿੱਸੇ ਬਰਾਬਰ ਦੀ ਜ਼ਮੀਨ ਆਈ ਸੀ, ਪਰ ਜਦੋਂ ਵੀ ਫਸਲ ਕੱਟਦੀ ਤਾਂ ਚਮਕੌਰ ਦੇ ਖੇਤ ਵਿੱਚੋਂ ਜਿੰਨਾ ਅਨਾਜ ਨਿਕਲਦਾ, ਚਮਕੌਰ ਦੇ ਖੇਤਾਂ ਵਿੱਚ ਘੱਟ ਅਨਾਜ ਨਿਕਲਣ ਦਾ ਕਾਰਨ ਸੀ ਉਸਦਾ ਇੱਧਰ ਉੱਧਰ ਤੁਰੇ ਫਿਰਦੇ ਰਹਿਣਾ, ਆਪਣਾ ਜ਼ਿਆਦਾ ਸਮਾਂ ਅਵਾਰਾਗਰਦੀ ਵਿੱਚ ਬਿਤਾਉਣਾ, ਆਪਣੇ ਦੋਸਤਾਂ ਨਾਲ ਸਾਰਾ ਦਿਨ ਬੈਠ ਕੇ ਤਾਸ਼ ਖੇਡਣਾ ਤੇ ਹਾਸਾ ਮਜ਼ਾਕ ਵਗੈਰਾ ਕਰਨਾ। ਉਹ ਆਪਣੀ ਫਸਲ ਦੀ ਸਹੀ ਢੰਗ ਨਾਲ ਦੇਖਭਾਲ ਨਹੀਂ ਕਰਦਾ ਸੀ ਤੇ ਨਾ ਹੀ ਕੋਈ ਸਮੇਂ ਸਿਰ ਉਸਦੀ ਗੁਡਾਈ ਵਗੈਰਾ ਕਰਦਾ ਸੀ, ਨਾ ਹੀ ਸਮੇਂ ਤੇ ਫਸਲ ਨੂੰ ਪਾਣੀ ਦਿੰਦਾ ਸੀ। ਇਸ ਕਰਕੇ ਉਸਦੀ ਫਸਲ ਉਸਦੇ ਛੋਟੇ ਭਰਾ ਤੋਂ ਘੱਟ ਪੈਦਾ ਹੁੰਦੀ ਸੀ। ਸੋ ਵਿਦਵਾਨਾਂ ਨੇ ਇੱਕ ਗੱਲ ਕਹੀ ਹੈ ਕਿ ਗਊ ਸੇਵਾ, ਵਿੱਦਿਆ, ਔਰਤ, ਸੱਜਣ ਪੁਰਸ਼ਾਂ ਨਾਲ ਮੇਲ ਮਿਲਾਪ, ਬੱਚਾ, ਵਰਤ ਤੇ ਖੇਤੀ, ਇਹਨਾਂ ਦੀ ਜੇਕਰ ਸਹੀ ਢੰਗ ਨਾਲ ਦੇਖਭਾਲ ਨਾ ਕੀਤੀ ਗਈ ਤਾਂ ਇਹ ਨਸ਼ਟ ਹੋ ਜਾਂਦੇ ਨੇ। ਮਨੁੱਖ ਇਹਨਾਂ ਦੀ ਚਾਹ ਕੇ ਵੀ ਅਣਦੇਖੀ ਨਾ ਕਰੇ। ਦੂਜੀ ਗੱਲ ਧਨ ਦੇ ਵਿਸ਼ੇ ਵਿੱਚ ਕਹੀ ਗਈ ਹੈ ਕਿ ਧਨ ਮਨੁੱਖ ਦੇ ਕੋਲ ਤਾਂ ਹੀ ਇਕੱਠਾ ਹੁੰਦਾ ਹੈ ਜੇਕਰ ਉਹ ਇਹਨਾਂ ਚਾਰ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਧਿਆਨ ਨਾਲ ਰੱਖਦਾ ਹੈ। ਪਹਿਲੀ ਗੱਲ, ਧਨ ਦੀ ਉਤਪਤੀ ਹਮੇਸ਼ਾ ਚੰਗੇ ਕਰਮਾਂ ਨਾਲ ਹੁੰਦੀ ਹੈ। ਦੂਜੀ ਗੱਲ, ਕਾਬਲੀਅਤ ਨਾਲ ਧਨ ਵਿੱਚ ਵਾਧਾ ਹੁੰਦਾ ਹੈ। ਤੀਜੀ ਗੱਲ, ਚਲਾਕੀ ਨਾਲ ਧਨ ਤੁਹਾਡੇ ਕੋਲ ਜਮ੍ਹਾਂ ਹੋ ਜਾਂਦਾ ਹੈ। ਚੌਥੀ ਗੱਲ, ਸਮੇਂ-ਸਮੇਂ ਤੇ ਉਸਦੀ ਦੇਖਭਾਲ ਕਰਦੇ ਰਹਿਣ ਨਾਲ ਉਹ ਤੁਹਾਡੇ ਕੋਲ ਹਮੇਸ਼ਾ ਸੁਰੱਖਿਅਤ ਰਹਿੰਦਾ ਹੈ। ਸੋ ਮਨੁੱਖ ਦੀ ਜ਼ਿੰਦਗੀ ਵਿੱਚ ਤਰੱਕੀ ਦੇ 6 ਮੂਲ ਮੰਤਰ ਦੱਸੇ ਗਏ ਨੇ। ਪਹਿਲਾ ਹੈ ਉਦਯੋਗ ਭਾਵ ਵਪਾਰ, ਦੂਜਾ ਹੈ ਸੰਗਮ ਅਰਥਾਤ ਮਿਲ ਜੁਲ ਕੇ ਕੰਮ ਕਰਨਾ, ਤੀਜਾ ਹੈ ਕਾਬਲੀਅਤ ਭਾਵ ਹੁਸ਼ਿਆਰੀ ਦੇ ਨਾਲ ਕੰਮ ਕਰਨਾ, ਚੌਥਾ ਹੈਗਾ ਧੀਰਜ, ਇਸ ਦਾ ਮਤਲਬ ਇਹ ਹੁੰਦਾ ਵੀ ਗੰਭੀਰਤਾ ਪੂਰਵਕ, ਜਲਦਬਾਜ਼ੀ ਵਿੱਚ ਜਾਂ ਹੜਬੜਾਹਟ ਵਿੱਚ ਕੰਮ ਨਹੀਂ ਕਰਨਾ, ਪੰਜਵਾਂ ਹੈ ਯਾਦਦਾਸ਼ਤ ਭਾਵ ਅਗਲੀਆਂ ਪਿਛਲੀਆਂ ਗਲਤੀਆਂ ਨੂੰ ਯਾਦ ਰੱਖਣਾ ਤੇ ਉਹਨਾਂ ਤੋਂ ਕੁਝ ਸਿੱਖਣਾ, ਛੇਵਾਂ ਹੈਗਾ ਸੋਚ ਸਮਝ ਕੇ ਕੰਮ ਸ਼ੁਰੂ ਕਰਨਾ। ਇਹ ਤਰੱਕੀ ਦੇ 6 ਮੂਲ ਮੰਤਰ ਦੱਸੇ ਗਏ ਹਨ। ਸੋ ਤੁਹਾਨੂੰ ਇੱਕ ਹੋਰ ਮਹੱਤਵਪੂਰਨ ਗੱਲ ਦੱਸਦੇ ਹਾਂ। ਜੇਕਰ ਜ਼ਿੰਦਗੀ ਵਿੱਚ ਕਦੇ ਧਨ ਤੋਂ ਵਾਂਝੇ ਨਹੀਂ ਹੋਣਾ ਚਾਹੁੰਦੇ ਤਾਂ ਇਹਨਾਂ 6 ਕੰਮਾਂ ਨੂੰ ਧਿਆਨ ਵਿੱਚ ਰੱਖਣਾ। ਪਹਿਲਾ, ਕਦੇ ਨਸ਼ੇ ਨਾ ਕਰਨਾ। ਦੂਜਾ, ਨੀਂਦ ਤੇ ਜਿੱਤ ਹਾਸਲ ਕਰਨਾ। ਤੀਜਾ, ਜ਼ਰੂਰੀ ਗੱਲਾਂ ਦੀ ਜਾਣਕਾਰੀ ਰੱਖਣਾ। ਚੌਥਾ, ਆਪਣੀ ਅੱਖ, ਮੂੰਹ ਤੇ ਕੰਨਾਂ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ। ਨੰਬਰ 5 ਤੇ ਦੁਸ਼ਟ ਯਾਰ ਦੋਸਤਾਂ ਤੇ ਸੰਬੰਧੀਆਂ ਤੇ ਭਰੋਸਾ ਨਾ ਕਰਨਾ। ਨੰਬਰ 6, ਮੂਰਖ ਪੁੱਤ ਨੂੰ ਕੋਈ ਜ਼ਿੰਮੇਵਾਰੀ ਨਾ ਸੌਂਪਣਾ। ਜੇਕਰ ਤੁਸੀਂ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਸਹੀ ਢੰਗ ਨਾਲ ਅਪਣਾ ਲਿਆ ਤਾਂ ਨਾ ਤਾਂ ਤੁਸੀਂ ਕਦੇ ਪੈਸਿਆਂ ਲਈ ਦੁਖੀ ਹੋਵੋਗੇ ਤੇ ਨਾ ਕਿਸੇ ਦੀ ਮੁਸੀਬਤ ਵਿੱਚ ਪਓਗੇ। ਸੋ ਚਮਕੌਰ ਤੇ ਕੁਲਵੀਰ ਦੋਵੇਂ ਭਰਾ ਇੱਕ ਹੀ ਸਮੇਂ ਖੇਤਾਂ ਵਿੱਚ ਫਸਲ ਬੀਜਦੇ ਸਨ। ਜਦੋਂ ਫਸਲ ਕੱਟਦੀ ਸੀ ਤਾਂ ਚਮਕੌਰ ਦਾ ਅਨਾਜ ਉਸਦੇ ਛੋਟੇ ਭਰਾ ਤੋਂ ਘੱਟ ਨਿਕਲਦਾ ਸੀ। ਇਹ ਦੇਖ ਕੇ ਚਮਕੌਰ ਤੇ ਉਸਦੀ ਪਤਨੀ ਦੋਵਾਂ ਨੂੰ ਸਾੜਾ ਹੋਣ ਲੱਗਦਾ। ਸੋ ਜਾਣਦੇ ਹੋ ਮਨੁੱਖ ਦੀ ਤਰੱਕੀ ਵਿੱਚ ਸਭ ਤੋਂ ਵੱਡਾ ਰੋੜਾ ਕੀ ਹੁੰਦਾ ਹੈ? ਸਭ ਤੋਂ ਵੱਡਾ ਰੋੜਾ ਹੁੰਦਾ ਹੈ ਦੂਜੇ ਦੀ ਤਰੱਕੀ ਦੇਖ ਕੇ ਸੜਨਾ। ਜੋ ਮਨੁੱਖ ਦੂਜਿਆਂ ਦੀ ਤਰੱਕੀ ਨੂੰ ਦੇਖ ਕੇ ਸੜਦਾ ਹੈ ਉਹ ਆਪਣੀ ਤਰੱਕੀ ਕਰਨਾ ਭੁੱਲ ਜਾਂਦਾ ਹੈ।
ਫਿਰ ਉਹ ਦੂਜਿਆਂ ਦੀ ਤਰੱਕੀ ਰੋਕਣ ਵਿੱਚ ਆਪਣਾ ਸਾਰਾ ਸਮਾਂ ਬਰਬਾਦ ਕਰ ਦਿੰਦਾ ਹੈ, ਸਾਰੀ ਬੁੱਧੀ, ਸਾਰਾ ਪੈਸਾ ਖਰਚ ਕਰ ਦਿੰਦਾ ਹੈ। ਚਮਕੌਰ ਨੇ ਸੋਚਿਆ ਕਿ ਛੋਟਾ ਭਰਾ ਆਪਣੇ ਖੇਤ ਵਿੱਚ ਬਹੁਤ ਮਿਹਨਤ ਕਰਦਾ ਹੈ, ਇਸ ਲਈ ਉਸ ਦੇ ਖੇਤ ਵਿੱਚ ਸਭ ਤੋਂ ਜ਼ਿਆਦਾ ਅਨਾਜ ਪੈਦਾ ਹੋ ਜਾਂਦਾ ਹੈ। ਕਿਉਂ ਨਾ ਮੈਂ ਛੋਟੇ ਭਰਾ ਦੇ ਨਾਲ ਮਿਲ ਕੇ ਸਾਂਝੀ ਖੇਤੀ ਕਰਾਂ। ਇਸ ਦੇ ਦੋ ਫਾਇਦੇ ਹੋਣਗੇ, ਇੱਕ ਤਾਂ ਮੈਨੂੰ ਕੰਮ ਵੀ ਜ਼ਿਆਦਾ ਨਹੀਂ ਕਰਨਾ ਪਊਗਾ, ਦੂਜਾ ਅਨਾਜ ਵੀ ਮੈਨੂੰ ਬਹੁਤ ਸਾਰਾ ਮਿਲ ਜਾਵੇਗਾ। ਇਹ ਸੋਚ ਕੇ ਚਮਕੌਰ ਇੱਕ ਦਿਨ ਕੁਲਵੀਰ ਨੂੰ ਕਹਿੰਦਾ, ਦੇਖ ਭਰਾਵਾ, ਮੈਂ ਤੈਨੂੰ ਇੱਕ ਸੁਝਾਅ ਦਿੰਦਾ ਹਾਂ, ਇਸ ਵਿੱਚ ਸਾਡੇ ਦੋਵਾਂ ਭਰਾਵਾਂ ਦਾ ਫਾਇਦਾ ਹੋਵੇਗਾ। ਹਾਲੇ ਤੱਕ ਅਸੀਂ ਦੋਵੇਂ ਇਕੱਲੇ ਖੇਤੀ ਕਰਦੇ ਆਏ ਹਾਂ, ਕਿਉਂ ਨਾ ਅਸੀਂ ਦੋਵੇਂ ਇਕੱਠੇ ਮਿਲ ਕੇ ਖੇਤੀ ਕਰੀਏ। ਕਿਉਂਕਿ ਕਹਿੰਦੇ ਹਨ ਕਿ ਇਕੱਲੇ ਰਾਹ ਚੱਲਣ ਤੋਂ ਚੰਗਾ ਹੈ ਦੋ ਲੋਕ ਹੋਣ, 4 ਨੂੰ ਮਿਲ ਕੇ ਖੇਤੀ ਕਰਨਾ ਚੰਗਾ ਹੈ, 5 ਨੂੰ ਮਿਲ ਕੇ ਭੋਜਨ ਕਰਨਾ ਚੰਗਾ ਹੈ, ਅਨੇਕਾਂ ਨੂੰ ਮਿਲ ਕੇ ਯੁੱਧ ਲੜਨਾ ਚੰਗਾ ਹੈ। ਇਸ ਤਰ੍ਹਾਂ ਕਰਨ ਨਾਲ ਕੰਮ ਆਸਾਨ ਤੇ ਜ਼ਿੰਦਗੀ ਵਿੱਚ ਪਰਮਾ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਤੂੰ ਵੀ ਆਪਣੇ ਖੇਤਾਂ ਵਿੱਚ ਇਕੱਲਾ ਲੱਗਿਆ ਰਹਿੰਦਾ ਏ ਤੇ ਮੈਂ ਵੀ, ਇਸ ਲਈ ਅਸੀਂ ਕੰਮ ਨੂੰ ਸਹੀ ਸਮੇਂ ਤੇ ਨਹੀਂ ਕਰ ਸਕਦੇ। ਜੇਕਰ ਦੋਵੇਂ ਮਿਲ ਕੇ ਕਰਾਂਗੇ ਤਾਂ ਕੰਮ ਜਲਦੀ ਹੋ ਜਾਵੇਗਾ ਤੇ ਸਮੇਂ ਤੇ ਵੀ ਪੂਰਾ ਹੋ ਜਾਵੇਗਾ। ਵੱਡੇ ਭਰਾ ਦੀ ਗੱਲ ਸੁਣ ਕੇ ਛੋਟਾ ਭਰਾ ਬੋਲਿਆ, ਭਰਾਵਾ, ਜੇਕਰ ਇਹੋ ਜੀ ਗੱਲ ਹੈ ਤਾਂ ਠੀਕ ਹੈ, ਅੱਜ ਤੋਂ ਅਸੀਂ ਇਕੱਠੇ ਹੀ ਖੇਤੀ ਕਰਾਂਗੇ। ਇਸ ਤੋਂ ਚੰਗੀ ਹੋਰ ਕੀ ਗੱਲ ਹੋਵੇਗੀ। ਮਿਲ ਜੁਲ ਕੇ ਕੰਮ ਕਰਨ ਨਾਲ ਕੰਮ ਆਸਾਨ ਵੀ ਹੋ ਜਾਵੇਗਾ ਤੇ ਭਰਾਵਾਂ 'ਚ ਪਿਆਰ ਵੀ ਵਧੇਗਾ। ਛੋਟਾ ਭਰਾ ਬੜਾ ਭੋਲਾ ਸੀ, ਉਹ ਇਕੱਠੇ ਖੇਤੀ ਕਰਨ ਨੂੰ ਤਿਆਰ ਹੋ ਗਿਆ। ਇੱਧਰ ਜਦੋਂ ਬਰਸਾਤ ਦਾ ਮੌਸਮ ਆਇਆ ਤਾਂ ਛੋਟੇ ਭਰਾ ਨੇ ਵੱਡੇ ਭਰਾ ਨੂੰ ਕਿਹਾ, ਭਰਾਵਾ, ਚੱਲ ਚੱਲ ਕੇ ਖੇਤ ਵਾਹ ਲਈਏ। ਮੀਂਹ ਪੈਣ ਤੋਂ ਬਾਅਦ ਅਸੀਂ ਆਪਣੇ ਖੇਤਾਂ ਵਿੱਚ ਸਮੇਂ ਤੇ ਬੀਜ ਪਾ ਦੇਵਾਂਗੇ। ਵੱਡਾ ਭਰਾ ਬੋਲਿਆ, ਤੂੰ ਠੀਕ ਕਹਿੰਦਾ ਏਂ, ਖੇਤਾਂ ਨੂੰ ਵਾਹ ਦੇਣਾ ਚਾਹੀਦਾ ਹੈ। ਚੱਲ ਤੂੰ ਖੇਤ ਪਹੁੰਚ, ਮੈਂ ਉਦੋਂ ਤੱਕ ਦੂਜੇ ਪਿੰਡ ਵਿੱਚ ਹੋ ਕੇ ਆਉਂਦਾ ਹਾਂ, ਉੱਥੇ ਇੱਕ ਜ਼ਰੂਰੀ ਕੰਮ ਹੈ। ਇਸ ਤਰ੍ਹਾਂ ਬਹਾਨਾ ਬਣਾ ਕੇ ਉਹ ਤਾਂ ਘੁੰਮਣ ਲਈ ਚਲਾ ਗਿਆ ਤੇ ਛੋਟਾ ਭਰਾ ਵਿਚਾਰਾ ਖੇਤ ਵਾਹੁਣ ਵਿੱਚ ਲੱਗਿਆ ਰਿਹਾ। ਚਮਕੌਰ ਇੱਧਰ ਸ਼ਾਮ ਨੂੰ ਜਦੋਂ ਵਾਪਸ ਆਇਆ, ਉਦੋਂ ਤੱਕ ਛੋਟੇ ਭਰਾ ਨੇ ਸਾਰੇ ਖੇਤ ਵਾਹ ਦਿੱਤੇ ਸਨ। ਇਸੇ ਤਰ੍ਹਾਂ ਖੇਤਾਂ ਵਿੱਚ ਬੀਜ ਪਾਉਣ ਦਾ ਕੰਮ ਆਇਆ ਤਾਂ ਛੋਟੇ ਭਰਾ ਨੇ ਫਿਰ ਆਪਣੇ ਭਰਾ ਨੂੰ ਕਿਹਾ ਕਿ ਚੱਲ ਭਰਾਵਾ, ਹੁਣ ਅਸੀਂ ਆਪਣੇ ਖੇਤਾਂ ਵਿੱਚ ਬਿਜਾਈ ਕਰੀਏ। ਵੱਡੇ ਭਰਾ ਨੇ ਫਿਰ ਬਹਾਨਾ ਬਣਾਇਆ ਤੇ ਬੋਲਿਆ, ਛੋਟੇ ਭਾਈ, ਅੱਜ ਮੈਂ ਇੱਕ ਜ਼ਰੂਰੀ ਮੀਟਿੰਗ ਵਿੱਚ ਜਾਣਾ ਹੈ, ਤੂੰ ਚੱਲ, ਮੈਂ ਹੁਣੇ ਮੀਟਿੰਗ ਤੋਂ ਹੋ ਕੇ ਆਉਂਦਾ ਹਾਂ। ਛੋਟਾ ਭਰਾ ਫਿਰ ਇਕੱਲਾ ਹੀ ਚੱਲ ਪਿਆ ਤੇ ਖੇਤਾਂ ਵਿੱਚ ਬਿਜਾਈ ਕਰ ਆਇਆ। ਚਮਕੌਰ ਜਦੋਂ ਵਾਪਸ ਆਇਆ ਉਦੋਂ ਤੱਕ ਖੇਤਾਂ ਦੀ ਬਿਜਾਈ ਪੂਰੀ ਹੋ ਚੁੱਕੀ ਸੀ। ਕੁਲਵੀਰ ਨੇ ਸੋਚਿਆ, ਚਲੋ ਕੋਈ ਗੱਲ ਨਹੀਂ, ਵੱਡਾ ਭਰਾ ਹੈ, ਕਿਸੇ ਜ਼ਰੂਰੀ ਕੰਮ ਤੇ ਜਾਂਦਾ ਹੋਵੇਗਾ। ਉਹ ਵਿਚਾਰਾ ਇਕੱਲਾ ਹੀ ਪੂਰਾ ਦਿਨ ਖੇਤ ਵਿੱਚ ਲੱਗਿਆ ਰਹਿੰਦਾ। ਇਸ ਤਰ੍ਹਾਂ ਜਦੋਂ ਵੀ ਖੇਤ ਦੇ ਕੰਮ ਕਰਨ ਦਾ ਸਮਾਂ ਆਉਂਦਾ ਤਾਂ ਚਮਕੌਰ ਕੋਈ ਨਾ ਕੋਈ ਬਹਾਨਾ ਬਣਾ ਕੇ ਘਰੋਂ ਨਿਕਲ ਜਾਂਦਾ ਸੀ। ਖੇਤਾਂ ਦਾ ਸਾਰਾ ਕੰਮ ਛੋਟੇ ਭਰਾ ਕੁਲਵੀਰ ਨੂੰ ਇਕੱਲੇ ਹੀ ਕਰਨਾ ਪੈਂਦਾ ਸੀ। ਛੋਟਾ ਭਰਾ ਬਹੁਤ ਹੀ ਸਿੱਧਾ ਸਾਦਾ ਸੀ, ਇਸ ਕਰਕੇ ਆਪਣੇ ਭਰਾ ਨੂੰ ਕੁਝ ਵੀ ਨਾ ਕਹਿੰਦਾ ਤੇ ਵੱਡਾ ਭਰਾ ਹਮੇਸ਼ਾ ਕੰਮ ਤੋਂ ਜੀ ਚੁਰਾਉਂਦਾ ਸੀ ਤੇ ਉਸ ਦੇ ਕੰਮ ਵਿੱਚ ਹਮੇਸ਼ਾ ਕਮੀਆਂ ਕੱਢਦਾ ਰਹਿੰਦਾ ਸੀ। ਇੱਧਰ ਹੌਲੀ ਹੌਲੀ ਜਦੋਂ ਫਸਲ ਪੱਕ ਕੇ ਤਿਆਰ ਹੋਈ ਤਾਂ ਫਸਲ ਕੱਟਣ ਦੇ ਸਮੇਂ ਵੀ ਚਮਕੌਰ ਖੇਤ ਨਾ ਪਹੁੰਚਿਆ ਤੇ ਉਸ ਵਿਚਾਰੇ ਨੂੰ ਫਸਲ ਵੀ ਇਕੱਲੇ ਹੀ ਕੱਟਣੀ ਪਈ। ਫਸਲ ਕੱਟ ਕੇ ਛੋਟੇ ਭਰਾ ਨੇ ਸਾਰਾ ਅਨਾਜ ਕੱਢ ਕੇ ਘਰੇ ਲਿਆ ਕੇ ਰੱਖ ਦਿੱਤਾ। ਫਸਲ ਬਹੁਤ ਚੰਗੀ ਹੋਈ ਸੀ, ਇਸ ਲਈ ਅਨਾਜ ਵੀ ਬਹੁਤ ਸਾਰਾ ਨਿਕਲਿਆ। ਛੋਟਾ ਭਰਾ ਅਨਾਜ ਨੂੰ ਘਰੇ ਰੱਖ ਕੇ ਆਪਣੇ ਸਹੁਰੇ ਚਲਾ ਗਿਆ। ਕੋਈ ਬਹੁਤ ਹੀ ਜ਼ਰੂਰੀ ਕੰਮ ਸੀ, ਇਸ ਲਈ ਆਪਣੀ ਪਤਨੀ ਦੇ ਨਾਲ ਆਪਣੇ ਸਹੁਰੇ ਘਰ ਚਲਾ ਗਿਆ। ਸੋਚਿਆ, ਜਦੋਂ ਵਾਪਸ ਆਵਾਂਗਾ ਤਾਂ ਅਨਾਜ ਦਾ ਬਟਵਾਰਾ ਕਰ ਲਵਾਂਗੇ। ਇੱਧਰ ਅਨਾਜ ਨੂੰ ਦੇਖ ਕੇ ਚਮਕੌਰ ਦੀ ਨੀਅਤ ਖਰਾਬ ਹੋ ਗਈ। ਉਸ ਦੇ ਮਨ ਵਿੱਚ ਬੇਈਮਾਨੀ ਆਈ।
ਉਸਨੇ ਸੋਚਿਆ, ਛੋਟਾ ਭਰਾ ਆਪਣੇ ਸਹੁਰੇ ਗਿਆ ਹੈ, ਕਿਉਂ ਨਾ ਇਸ ਅਨਾਜ ਵਿੱਚੋਂ 10-5 ਬੋਰੇ ਭਰ ਕੇ ਆਪਣੇ ਘਰ ਰੱਖ ਲਵਾਂ। ਜਦੋਂ ਬਟਵਾਰਾ ਹੋਵੇਗਾ ਤਾਂ ਅੱਧਾ-ਅੱਧਾ ਅਨਾਜ ਫਿਰ ਮਿਲ ਜਾਵੇਗਾ। ਚਮਕੌਰ ਨੇ ਇਸ ਗੱਲ ਦਾ ਮਸ਼ਵਰਾ ਆਪਣੀ ਪਤਨੀ ਨਾਲ ਕੀਤਾ, ਪਰ ਚਮਕੌਰ ਦੀ ਪਤਨੀ ਹੋਰ ਵੀ ਜ਼ਿਆਦਾ ਦੁਸ਼ਟ ਕਿਸਮ ਦੀ ਸੀ। ਉਸਨੇ ਕਿਹਾ, ਇਸ ਵਿੱਚੋਂ ਅੱਧਾ ਅਨਾਜ ਕਿਉਂ, ਸਾਰਾ ਅਨਾਜ ਬੋਰਿਆਂ ਵਿੱਚ ਭਰ ਕੇ ਲੈ ਆਓ। ਇੱਥੋਂ ਥੋੜ੍ਹੀ ਦੂਰ ਹੀ ਮੇਰੇ ਭਰਾ ਦਾ ਘਰ ਹੈ। ਇਹ ਅਨਾਜ ਤੁਸੀਂ ਉਸਦੇ ਘਰ ਰੱਖ ਦੇਣਾ। ਜਦ ਤੁਹਾਡਾ ਛੋਟਾ ਭਰਾ ਆਵੇਗਾ ਤਾਂ ਉਸਨੂੰ ਕਹਿ ਦਿਓ ਕਿ ਅਨਾਜ ਕਿਸੇ ਨੇ ਚੋਰੀ ਕਰ ਲਿਆ। ਸੋ ਪਤਨੀ ਦਾ ਸੁਝਾਅ ਚਮਕੌਰ ਨੂੰ ਚੰਗਾ ਲੱਗਿਆ ਤੇ ਕਹਿਣ ਲੱਗਿਆ, ਤੂੰ ਤਾਂ ਮੇਰੇ ਤੋਂ ਵੀ ਹੁਸ਼ਿਆਰ ਨਿਕਲੀ। ਹੁਣ ਚਮਕੌਰ ਨੇ ਆਪਣੇ ਸਾਲੇ ਦੀ ਮਦਦ ਨਾਲ ਰਾਤ ਨੂੰ ਸਾਰਾ ਅਨਾਜ ਭਰਵਾ ਕੇ ਆਪਣੇ ਸਾਲੇ ਦੇ ਘਰ ਪਹੁੰਚਾ ਦਿੱਤਾ ਤੇ ਕਮਰੇ ਵਿੱਚ ਬੰਦ ਕਰਕੇ ਬਾਹਰੋਂ ਤਾਲਾ ਲਗਾ ਦਿੱਤਾ। ਫਿਰ 2 ਦਿਨ ਬਾਅਦ ਜਦੋਂ ਉਸਦਾ ਛੋਟਾ ਭਰਾ ਕੁਲਵੀਰ ਆਪਣੇ ਸਹੁਰਿਆਂ ਤੋਂ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਘਰ ਵਿੱਚ ਅਨਾਜ ਦਾ ਇੱਕ ਦਾਣਾ ਵੀ ਨਹੀਂ ਹੈ। ਤਾਂ ਉਹ ਇੱਕਦਮ ਘਬਰਾ ਗਿਆ। ਇੱਧਰ ਚਮਕੌਰ ਨੇ ਸੁਣਿਆ ਕਿ ਉਸਦਾ ਛੋਟਾ ਭਰਾ ਆਪਣੀ ਪਤਨੀ ਨਾਲ ਆਪਣੇ ਸਹੁਰਿਓਂ ਵਾਪਸ ਆ ਗਿਆ ਹੈ ਤਾਂ ਉਸਨੂੰ ਸਮਝਾਉਣ ਲਈ ਨਾਟਕ ਕਰਦਾ ਹੋਇਆ ਅੱਖਾਂ ਵਿੱਚ ਨਕਲੀ ਹੰਝੂ ਲੈ ਕੇ ਭਰਾ ਦੇ ਘਰ ਪਹੁੰਚ ਗਿਆ। ਛੋਟੇ ਭਰਾ ਨੇ ਪੁੱਛਿਆ, ਭਰਾਵਾ ਸਾਰਾ ਅਨਾਜ ਕਿੱਥੇ ਚਲਾ ਗਿਆ? ਮੈਂ ਤਾਂ ਕੱਟ ਕੇ ਇੱਥੇ ਹੀ ਰੱਖ ਕੇ ਗਿਆ ਸੀ। ਤਾਂ ਚਮਕੌਰ ਰੋਂਦੇ ਹੋਏ ਬਹਾਨਾ ਬਣਾ ਕੇ ਕਹਿਣ ਲੱਗਿਆ, ਭਰਾਵਾ ਮੈਨੂੰ ਲੱਗਦਾ ਸਾਰੇ ਅਨਾਜ ਨੂੰ ਰਾਤ ਦੇ ਸਮੇਂ ਚੋਰ ਚੁਰਾ ਕੇ ਲੈ ਗਏ। ਫਿਰ ਕਹਿਣ ਲੱਗਾ, ਹਾਏ ਹੁਣ ਕੀ ਹੋਵੇਗਾ? ਪੂਰਾ ਸਾਲ ਅਸੀਂ ਦੋਵੇਂ ਆਪਣੇ ਬੱਚਿਆਂ ਨੂੰ ਕੀ ਖਵਾਵਾਂਗੇ? ਇਹਨਾਂ ਗੱਲਾਂ ਨੂੰ ਹੀ ਸੋਚ-ਸੋਚ ਕੇ ਮੈਂ ਰੋ ਰਿਹਾ ਸੀ। ਚੋਰੀ ਦੀ ਗੱਲ ਸੁਣ ਕੇ ਛੋਟੇ ਭਰਾ ਵੀ ਬੜਾ ਦੁੱਖ ਹੋਇਆ ਤੇ ਸੋਚਣ ਲੱਗਿਆ ਕਿ ਬੜੀ ਮਿਹਨਤ ਨਾਲ ਮੈਂ ਅਨਾਜ ਉਗਾਇਆ ਸੀ। 2 ਦਿਨ ਲਈ ਮੈਂ ਸਹੁਰੇ ਘਰ ਕੀ ਗਿਆ, ਕੋਈ ਸਾਡੇ ਅਨਾਜ ਨੂੰ ਚੁਰਾ ਕੇ ਹੀ ਲੈ ਗਿਆ। ਹੁਣ ਅਸੀਂ ਆਪਣੇ ਬੱਚਿਆਂ ਨੂੰ ਕੀ ਖਵਾਵਾਂਗੇ? ਵੱਡਾ ਭਰਾ ਬੋਲਿਆ, ਭਰਾਵਾ ਜੋ ਹੋਣਾ ਸੀ ਉਹ ਤਾਂ ਹੋ ਗਿਆ, ਹੁਣ ਅਸੀਂ ਵੀ ਕੀ ਕਰ ਸਕਦੇ ਹਾਂ। ਹੁਣ ਜਿਵੇਂ ਤਿਵੇਂ ਬੱਚਿਆਂ ਦਾ ਪੇਟ ਤਾਂ ਪਾਲਣਾ ਹੀ ਪਵੇਗਾ। ਮੈਂ ਆਪਣੇ ਸਹੁਰਿਆਂ ਤੋਂ ਥੋੜ੍ਹਾ ਅਨਾਜ ਮੰਗ ਲਿਆਵਾਂਗਾ, ਕੁਝ ਦਿਨਾਂ ਦਾ ਗੁਜ਼ਾਰਾ ਹੋ ਜਾਵੇਗਾ। ਤੂੰ ਵੀ ਆਪਣੇ ਸਹੁਰਿਓਂ ਮਦਦ ਲੈ ਲਵੀਂ। ਇਸ ਤਰ੍ਹਾਂ ਛੋਟੇ ਭਰਾ ਨੂੰ ਦਿਲਾਸਾ ਦੇ ਕੇ ਚਮਕੌਰ ਆਪਣੇ ਘਰ ਵਾਪਸ ਚਲਾ ਗਿਆ ਤੇ ਆ ਕੇ ਆਪਣੀ ਪਤਨੀ ਦੇ ਸਾਹਮਣੇ ਬੜਾ ਖੁਸ਼ ਹੁੰਦਾ ਹੈ। ਕਹਿਣ ਲੱਗਿਆ, ਆਪਣਾ ਤਾਂ ਹੁਣ ਕਾਫੀ ਦਿਨਾਂ ਤੱਕ ਦਾ ਗੁਜ਼ਾਰਾ ਹੋ ਗਿਆ। 1-2 ਸਾਲ ਤੱਕ ਹੁਣ ਸਾਨੂੰ ਕਮਾਉਣ ਦੀ ਕੋਈ ਜ਼ਰੂਰਤ ਨਹੀਂ ਪਵੇਗੀ। ਬੈਠ ਕੇ ਆਰਾਮ ਨਾਲ ਮੌਜ ਨਾਲ ਖਾਵਾਂਗੇ। ਛੋਟਾ ਭਰਾ ਆਪਣੀ ਸੋਚੇ ਕਿ ਉਹ ਕੀ ਕਰੇਗਾ। ਸੋ ਚਮਕੌਰ ਨੇ ਕੁਲਵੀਰ ਤੋਂ ਆਪਣੇ ਖੇਤ ਵੀ ਅਲੱਗ ਕਰ ਲਏ। ਇੱਧਰ ਕੁਲਵੀਰ ਬੜੀ ਚਿੰਤਾ ਵਿੱਚ ਸੀ ਕਿ ਉਹ ਹੁਣ ਕੀ ਖਾਵੇਗਾ ਤੇ ਕੀ ਪਰਿਵਾਰ ਨੂੰ ਖਵਾਵੇਗਾ। ਤਾਂ ਉਸ ਦੀ ਪਤਨੀ ਨੇ ਉਸਨੂੰ ਸਮਝਾਇਆ ਕਿ ਦੇਖੋ, ਚਿੰਤਾ ਨਾ ਕਰੋ, ਭਗਵਾਨ ਤੇ ਪਰਮਾਤਮਾ ਤੇ ਭਰੋਸਾ ਰੱਖੋ। ਜਦੋਂ ਉਸਨੇ ਮੂੰਹ ਦਿੱਤਾ ਹੈ ਤਾਂ ਕਿਤੋਂ ਨਾ ਕਿਤੋਂ ਖਾਣ ਨੂੰ ਵੀ ਦੇਵੇਗਾ। ਕੁਝ ਦਿਨਾਂ ਲਈ ਮੈਂ ਆਪਣੇ ਪੇਕਿਓਂ ਅਨਾਜ ਮੰਗ ਲੈਂਦੀ ਹਾਂ, ਉਦੋਂ ਤੱਕ ਸਾਡੀ ਅਗਲੀ ਫਸਲ ਵੀ ਤਿਆਰ ਹੋ ਜਾਵੇਗੀ। ਤੁਸੀਂ ਕੰਮ ਕਰੋ, ਆਪਣੇ ਘਰ ਦੇ ਬਾਹਰ ਜੋ ਛੋਟਾ ਜਿਹਾ ਖੇਤ ਬੰਜਰ ਪਿਆ ਹੈ ਉਸਦੀ ਖੁਦਾਈ ਕਰਕੇ ਉਸ ਵਿੱਚ ਸਬਜ਼ੀਆਂ ਲਗਾ ਦਿਓ। ਸਬਜ਼ੀਆਂ ਤਿਆਰ ਹੋ ਜਾਣਗੀਆਂ ਤਾਂ ਬਾਜ਼ਾਰੋਂ ਮੁੱਲ ਨਹੀਂ ਲਿਆਉਣੀਆਂ ਪੈਣਗੀਆਂ। ਪਤਨੀ ਦੀ ਗੱਲ ਸੁਣ ਕੇ ਕੁਲਵੀਰ ਨੇ ਕਹੀ ਚੁੱਕੀ ਤੇ ਬੰਜਰ ਖੇਤ ਨੂੰ ਖੋਦਣ ਲੱਗਿਆ। ਜ਼ਮੀਨ ਪੁੱਟਦੇ-ਪੁੱਟਦੇ ਉਸਦੀ ਕਹੀ ਇੱਕ ਪੱਥਰ ਨਾਲ ਜਾ ਟਕਰਾਈ। ਉਸਨੇ ਪੱਥਰ ਨੂੰ ਹਟਾਉਣ ਲਈ ਉਸਨੂੰ ਹੋਰ ਡੂੰਘਾ ਪੁੱਟਿਆ। ਸੋ ਜਦ ਉਸਨੇ ਪੱਥਰ ਹਟਾਇਆ ਤਾਂ ਉਸ ਪੱਥਰ ਦੇ ਹੇਠਾਂ ਉਸਨੂੰ ਸੋਨੇ ਦੇ ਸਿੱਕਿਆਂ ਦੀ ਭਰੀ ਇੱਕ ਮਟਕੀ ਮਿਲੀ। ਉਸ ਮਟਕੀ ਨੂੰ ਕੱਢ ਕੇ ਖੁਸ਼ੀ-ਖੁਸ਼ੀ ਆਪਣੇ ਘਰ ਲੈ ਆਇਆ। ਸੋਨੇ ਦੇ ਸਿੱਕਿਆਂ ਨਾਲ ਭਰੀ ਮਟਕੀ ਜਦ ਉਸਨੇ ਆਪਣੀ ਪਤਨੀ ਨੂੰ ਦਿਖਾਈ ਤਾਂ ਉਸਦੀ ਪਤਨੀ ਬਹੁਤ ਖੁਸ਼ ਹੋਈ ਤੇ ਬਾਰ-ਬਾਰ ਪਰਮਾਤਮਾ ਦਾ ਧੰਨਵਾਦ ਕਰਨ ਲੱਗੀ ਕਿ ਧੰਨ ਹੈ ਮਾਲਕਾ ਤੂੰ।
ਸੋ ਜੇਕਰ ਕਿਸੇ ਦਾ ਇੱਕ ਰਾਹ ਬੰਦ ਹੋ ਜਾਂਦਾ ਹੈ ਤਾਂ ਉਸ ਨੂੰ ਘਬਰਾਉਣਾ ਨਹੀਂ ਚਾਹੀਦਾ। ਪਰਮਾਤਮਾ ਉਸ ਦੇ ਲਈ ਕਈ ਰਾਹ ਹੋਰ ਖੋਲ੍ਹ ਦਿੰਦਾ ਹੈ। ਜੇਕਰ ਅੱਜ ਚੋਰੀ ਨਾ ਹੋਈ ਹੁੰਦੀ ਤਾਂ ਨਾ ਅਸੀਂ ਇਸ ਬੰਜਰ ਜ਼ਮੀਨ ਨੂੰ ਖੋਦਣ ਜਾਂਦੇ ਤੇ ਨਾ ਸਾਨੂੰ ਇਹ ਮਟਕੀ ਮਿਲਦੀ। ਸੱਚ ਕਿਹਾ ਹੈ ਕਿਸੇ ਨੇ ਕਿ ਜੇਕਰ ਕਿਸਮਤ ਆਪਣੇ ਪੱਖ ਵਿੱਚ ਹੋ ਜਾਵੇ ਤਾਂ ਹੱਥੋਂ ਗਿਆ ਹੋਇਆ, ਚੋਰੀ ਹੋਇਆ, ਗੁੰਮਿਆ ਹੋਇਆ ਧਨ ਵੀ ਵਾਪਸ ਮਿਲ ਜਾਂਦਾ ਹੈ, ਪਰ ਜੇਕਰ ਕਿਸਮਤ ਉਲਟੀ ਨਿਕਲ ਜਾਵੇ ਤਾਂ ਮਿਲ ਕੇ ਵੀ ਚਲਿਆ ਜਾਂਦਾ ਹੈ। ਸੋ ਹੁਣ ਤਾਂ ਕੁਲਵੀਰ ਤੇ ਉਸ ਦੀ ਪਤਨੀ ਤੇ ਬੱਚੇ ਬੜੇ ਸੁਖੀ ਰਹਿਣ ਲੱਗੇ। ਕੁਝ ਸੋਨੇ ਦੇ ਸਿੱਕਿਆਂ ਨੂੰ ਵੇਚ ਕੇ ਉਹਨਾਂ ਨੇ ਆਪਣੇ ਘਰ ਦੀਆਂ ਸਾਰੀਆਂ ਚੀਜ਼ਾਂ ਖਰੀਦ ਲਈਆਂ। ਅਨਾਜ ਵੀ ਬਹੁਤ ਹੋ ਗਿਆ। ਉਹਨਾਂ ਦੀ ਜ਼ਿੰਦਗੀ ਵਿੱਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਾ ਰਹੀ। ਹੌਲੀ-ਹੌਲੀ 6 ਮਹੀਨੇ ਬੀਤ ਗਏ। ਉੱਧਰ ਚਮਕੌਰ ਦੀ ਪਤਨੀ ਨੇ ਆਪਣੇ ਪਤੀ ਨੂੰ ਕਿਹਾ, ਸੁਣਦੇ ਹੋ, ਹੁਣ ਤਾਂ ਬਹੁਤ ਦਿਨ ਹੋ ਗਏ। ਭਰਾ ਦੇ ਘਰ ਜੋ ਅਨਾਜ ਰੱਖਿਆ ਹੈ ਉਸ ਨੂੰ ਲਿਜਾ ਕੇ ਮੰਡੀ ਵੇਚ ਆਓ ਤੇ ਬਾਜ਼ਾਰ 'ਚੋਂ ਕੁਝ ਖਾਣ ਨੂੰ ਸਮਾਨ ਖਰੀਦ ਲਿਆਇਓ ਤੇ ਮੇਰੇ ਲਈ ਨਵੇਂ ਕੱਪੜੇ ਤੇ ਗਹਿਣੇ ਵੀ ਲੈ ਆਇਓ। ਚਮਕੌਰ ਨੇ ਕਿਹਾ, ਹਾਂ ਤੂੰ ਠੀਕ ਕਹਿੰਦੀ ਐ, ਫਸਲ ਤਾਂ ਵੇਚ ਹੀ ਦੇਵਾਂਗੇ। ਮੈਨੂੰ ਲੱਗਦਾ ਹੈ ਕਿ ਸਾਨੂੰ ਹੋਰ ਥੋੜ੍ਹੇ ਦਿਨ ਇੰਤਜ਼ਾਰ ਕਰਨਾ ਚਾਹੀਦਾ ਹੈ। ਜੇਕਰ ਛੋਟਾ ਭਰਾ ਦੇਖੇਗਾ ਕਿ ਮੈਂ ਤੇਰੇ ਲਈ ਨਵੇਂ ਕੱਪੜੇ ਤੇ ਗਹਿਣੇ ਲਿਆਇਆ ਹਾਂ ਤਾਂ ਸੋਚੇਗਾ ਕਿ ਇਸ ਦੇ ਕੋਲ ਇੰਨੇ ਪੈਸੇ ਕਿੱਥੋਂ ਆਏ, ਤਾਂ ਉਹ ਸਮਝ ਜਾਵੇਗਾ। ਤੇ ਔਰਤਾਂ ਦਾ ਤਾਂ ਸੁਭਾਅ ਹੁੰਦਾ ਹੈ ਕਿ ਜਦ ਤੱਕ ਉਹ ਆਪਣੇ ਗਹਿਣੇ ਕਿਸੇ ਨੂੰ ਦਿਖਾ ਨਹੀਂ ਦਿੰਦੀਆਂ ਉਦੋਂ ਤੱਕ ਉਹਨਾਂ ਨੂੰ ਚੈਨ ਨਹੀਂ ਆਉਂਦੀ। ਇਸ ਲਈ ਥੋੜ੍ਹੇ ਦਿਨ ਹੋਰ ਇੰਤਜ਼ਾਰ ਕਰ ਲਓ। ਸੋ ਇਸ ਤਰ੍ਹਾਂ ਉਸਨੇ ਆਪਣੀ ਪਤਨੀ ਨੂੰ ਸਮਝਾ ਦਿੱਤਾ। ਹੌਲੀ-ਹੌਲੀ ਫਿਰ ਕੁਝ ਹੋਰ ਮਹੀਨੇ ਬੀਤ ਗਏ। ਇੱਕ ਦਿਨ ਚਮਕੌਰ ਦੀ ਪਤਨੀ ਨੇ ਜ਼ਿਆਦਾ ਹੀ ਜਿੱਦ ਕੀਤੀ ਤਾਂ ਚਮਕੌਰ ਉਹ ਅਨਾਜ ਵੇਚਣ ਲਈ ਤਿਆਰ ਹੋ ਗਿਆ ਤੇ ਬਲਦ ਗੱਡੀ ਲੈ ਕੇ ਆਪਣੇ ਸਾਲੇ ਦੇ ਘਰ ਪਹੁੰਚਿਆ। ਜਿਸ ਕਮਰੇ ਵਿੱਚ ਅਨਾਜ ਬੰਦ ਸੀ ਉਸ ਨੂੰ ਤਾਲਾ ਲੱਗਿਆ ਹੋਇਆ ਸੀ। ਚਮਕੌਰ ਨੇ ਸਾਲੇ ਨੂੰ ਕਹਿ ਕੇ ਤਾਲਾ ਖੁਲਵਾਇਆ। ਇਸ ਤੋਂ ਪਹਿਲਾਂ ਕਿਸੇ ਨੇ ਵੀ ਉਸ ਕਮਰੇ ਨੂੰ ਖੋਲ੍ਹ ਕੇ ਨਹੀਂ ਸੀ ਦੇਖਿਆ। ਜਿਵੇਂ ਹੀ ਦਰਵਾਜ਼ਾ ਖੁੱਲ੍ਹਦਾ ਹੈ ਤਾਂ ਕਮਰੇ ਦੇ ਅੰਦਰ ਦਾ ਨਜ਼ਾਰਾ ਦੇਖ ਕੇ ਚਮਕੌਰ ਹੈਰਾਨ ਰਹਿ ਗਿਆ। ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਦੇਖਿਆ ਕਿ ਕਮਰੇ 'ਚ ਹਜ਼ਾਰਾਂ ਦੀ ਗਿਣਤੀ ਵਿੱਚ ਚੂਹੇ ਸਨ ਤੇ ਫਸਲ ਦਾ ਇੱਕ ਵੀ ਦਾਣਾ ਚੂਹਿਆਂ ਨੇ ਸਾਬਤ ਨਹੀਂ ਛੱਡਿਆ ਸੀ। ਪੂਰੇ ਕਮਰੇ ਵਿੱਚ ਫਸਲ ਤੂੜੀ ਬਣੀ ਪਈ ਸੀ। ਇਹ ਦੇਖ ਕੇ ਚਮਕੌਰ ਸਿਰ ਫੜ ਕੇ ਬੈਠ ਗਿਆ। ਚੂਹੇ ਉਸ ਦਾ ਸਾਰਾ ਅਨਾਜ ਖਾ ਗਏ ਸਨ। ਉਸ ਨੂੰ ਹੁਣ ਪਛਤਾਵਾ ਹੋ ਰਿਹਾ ਸੀ ਕਿ ਭਰਾ ਨਾਲ ਬੇਈਮਾਨੀ ਕਰਕੇ ਉਸ ਨੇ ਚੰਗਾ ਕੰਮ ਨਹੀਂ ਕੀਤਾ। ਭਰਾ ਦੇ ਹਿੱਸੇ ਦੇ ਨਾਲ-ਨਾਲ ਉਸ ਦੇ ਹਿੱਸੇ ਨੂੰ ਵੀ ਚੂਹੇ ਖਾ ਗਏ। ਕਿਸੇ ਨੇ ਸੱਚ ਕਿਹਾ ਹੈ, ਬੇਈਮਾਨੀ ਦਾ ਧਨ ਕਦੇ ਵੀ ਨਹੀਂ ਫਲਦਾ। ਪਰਮਾਤਮਾ ਕਿਤੇ ਨਾ ਕਿਤੇ ਜਾ ਕੇ ਹਿਸਾਬ ਜ਼ਰੂਰ ਲੈਂਦਾ ਹੈ। ਜੇਕਰ ਤੁਸੀਂ ਕਿਸੇ ਦਾ ਖਾਓਗੇ ਤਾਂ ਤੁਹਾਡਾ ਵੀ ਖਾ ਜਾਵੇਗਾ, ਤਾਂ ਕੋਈ ਤੁਹਾਡਾ ਵੀ ਖਾ ਜਾਵੇਗਾ। ਕਿਸੇ ਦੇ ਸਿੱਧੇ ਹੋਣ ਦਾ ਨਜਾਇਜ਼ ਫਾਇਦਾ ਨਾ ਉਠਾਓ। ਸਿੱਧੇ ਸੱਜਣ ਲੋਕਾਂ ਦੀ ਮਦਦ ਹਮੇਸ਼ਾ ਭਗਵਾਨ ਕਰਦਾ ਹੈ। ਚਮਕੌਰ ਬੜਾ ਦੁਖੀ ਹੁੰਦਾ ਹੋਇਆ ਆਪਣੇ ਘਰ ਵਾਪਸ ਗਿਆ ਤੇ ਆਪਣੀ ਪਤਨੀ ਨੂੰ ਸਾਰੀ ਗੱਲ ਦੱਸੀ ਕਿ ਅਸੀਂ ਛੋਟੇ ਭਰਾ ਨਾਲ ਬੇਈਮਾਨੀ ਕੀਤੀ ਤੇ ਉਸ ਦਾ ਨਤੀਜਾ ਸਾਨੂੰ ਅੱਜ ਮਿਲ ਚੁੱਕਿਆ ਹੈ। ਸਾਡਾ ਸਾਰਾ ਅਨਾਜ ਚੂਹਿਆਂ ਨੇ ਖਾ ਲਿਆ ਹੈ। ਹੁਣ ਅਸੀਂ ਕੀ ਕਰਾਂਗੇ? ਅਸੀਂ ਤਾਂ ਕਰਜ਼ਾ ਲੈ-ਲੈ ਕੇ ਆਪਣੇ ਸਿਰ ਤੇ ਬਹੁਤ ਕਰਜ਼ਾ ਚੜ੍ਹਾ ਲਿਆ ਹੈ। ਸੋਚਿਆ ਸੀ ਕਿ ਅਨਾਜ ਵੇਚ ਕੇ ਸਾਰਾ ਕਰਜ਼ਾ ਉਤਾਰ ਦੇਵਾਂਗੇ, ਪਰ ਚੂਹਿਆਂ ਨੇ ਤਾਂ ਅਨਾਜ ਦਾ ਇੱਕ ਵੀ ਦਾਣਾ ਨਹੀਂ ਛੱਡਿਆ। ਹੁਣ ਅਸੀਂ ਕਰਜ਼ਾ ਕਿੱਥੋਂ ਚੁਕਾਵਾਂਗੇ? ਕਿੱਥੋਂ ਬਾਲ ਬੱਚਿਆਂ ਨੂੰ ਖਵਾਵਾਂਗੇ? ਦੋਸਤੋ, ਹੁਣ ਤਾਂ ਚਮਕੌਰ ਦੀ ਜ਼ਿੰਦਗੀ ਵਿੱਚ ਇੱਕ-ਇੱਕ ਦਾਣੇ ਦੀ ਕਮੀ ਹੋ ਗਈ। ਭੁੱਖ ਨਾਲ ਮਰਨ ਦੀ ਨੌਬਤ ਵੀ ਆ ਚੁੱਕੀ ਸੀ। ਕਰਜ਼ਾ ਮੰਗਣ ਵਾਲੇ ਉਸ ਦੇ ਦਰਵਾਜ਼ੇ ਨੂੰ ਘੇਰੇ ਖੜ੍ਹੇ ਰਹਿੰਦੇ ਸੀ। ਘਰੇ ਰਾਸ਼ਨ ਤੱਕ ਨਹੀਂ ਸੀ ਜੋ ਆਪਣੀ ਪਤਨੀ ਤੇ ਬੱਚਿਆਂ ਨੂੰ ਖਵਾਉਂਦਾ। ਭਰਾ ਦਾ ਹਿੱਸਾ ਮਾਰਨ ਦੀ ਇਹੋ ਜਿਹੀ ਸਜ਼ਾ ਮਿਲੀ ਕਿ ਉਸ ਦੇ ਘਰ ਭੋਜਨ ਤੇ ਕੱਪੜਿਆਂ ਦੀ ਕਮੀ ਵੀ ਹੋ ਗਈ। ਭੀਖ ਮੰਗਣ ਤੇ ਵੀ ਉਸ ਨੂੰ ਕੋਈ ਕੁਝ ਨਹੀਂ ਦਿੰਦਾ ਸੀ। ਇੱਕ ਦਿਨ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ।
ਚਮਕੌਰ ਤੇ ਉਸ ਦੀ ਪਤਨੀ ਨੇ ਆਪਸ ਵਿੱਚ ਸਲਾਹ ਕੀਤੀ ਕਿ ਅਸੀਂ ਤੁਹਾਡੇ ਭਰਾ ਨਾਲ ਬੇਈਮਾਨੀ ਕਰਕੇ ਬਹੁਤ ਵੱਡਾ ਪਾਪ ਕੀਤਾ ਹੈ। ਭਗਵਾਨ ਉਸੇ ਦੀ ਸਜ਼ਾ ਸਾਨੂੰ ਦੇ ਰਿਹਾ ਹੈ। ਸਾਨੂੰ ਚੱਲ ਕੇ ਸਾਫ਼-ਸਾਫ਼ ਉਹਨਾਂ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਆਪਣੇ ਕੀਤੇ ਦੀ ਮਾਫ਼ੀ ਮੰਗਣੀ ਚਾਹੀਦੀ ਹੈ। ਉਹ ਦੋਵੇਂ ਪਤੀ ਪਤਨੀ ਲਾਚਾਰ ਹੋ ਕੇ ਕੁਲਵੀਰ ਦੇ ਘਰ ਚਲੇ ਗਏ ਤੇ ਉਸ ਦੇ ਪੈਰਾਂ ਵਿੱਚ ਡਿੱਗ ਪਏ। ਪੈਰਾਂ ਵਿੱਚ ਡਿੱਗ ਕੇ ਮਾਫ਼ੀ ਮੰਗਣ ਲੱਗੇ। ਉਸ ਨੂੰ ਸਾਰੀ ਗੱਲ ਦੱਸੀ ਕਿ ਭਰਾਵਾ, ਅਸੀਂ ਤੇਰੇ ਅਪਰਾਧੀ ਹਾਂ। ਉਹ ਅਨਾਜ ਚੋਰਾਂ ਨੇ ਨਹੀਂ, ਅਸੀਂ ਨੇ ਚੁਰਾਇਆ ਸੀ, ਪਰ ਉਹ ਚੋਰੀ ਦੀ ਸਜ਼ਾ ਭਗਵਾਨ ਨੇ ਸਾਨੂੰ ਦੇ ਦਿੱਤੀ ਹੈ। ਚੁਰਾਏ ਗਏ ਅਨਾਜ ਦਾ ਇੱਕ ਵੀ ਦਾਣਾ ਚੂਹਿਆਂ ਨੇ ਨਹੀਂ ਛੱਡਿਆ। ਅਸੀਂ ਆਪਣੀ ਗਲਤੀ ਦੀ ਮਾਫ਼ੀ ਮੰਗਣ ਆਏ ਹਾਂ। ਆ ਸਾਡੇ ਬਾਲ ਬੱਚੇ ਭੁੱਖੇ ਹਨ, ਭੋਜਨ ਕੱਪੜਿਆਂ ਦੀ ਬਹੁਤ ਵੱਡੀ ਮੁਸ਼ਕਿਲ ਆ ਗਈ ਹੈ। ਭਰਾਵਾ, ਸਾਨੂੰ ਮਾਫ਼ ਕਰ ਦੇ। ਸੋ ਆਪਣੇ ਵੱਡੇ ਭਰਾ ਤੇ ਆਪਣੀ ਭਾਬੀ ਨੂੰ ਗਿੜਗਿੜਾਉਂਦਾ ਦੇਖ ਕੇ ਕੁਲਵੀਰ ਨੇ ਉੱਠ ਕੇ ਉਹਨਾਂ ਨੂੰ ਸੀਨੇ ਨਾਲ ਲਗਾ ਲਿਆ ਤੇ ਕਿਹਾ, ਕੋਈ ਗੱਲ ਨਹੀਂ ਭਰਾਵਾ, ਤੁਸੀਂ ਚਿੰਤਾ ਨਾ ਕਰੋ। ਤੁਹਾਡੇ ਬੱਚੇ ਵੀ ਮੇਰੇ ਹੀ ਹਨ, ਉਹ ਭੁੱਖੇ ਨਹੀਂ ਮਰਨਗੇ। ਕੁਲਵੀਰ ਨੇ ਉਹਨਾਂ ਨੂੰ 4 ਸੋਨੇ ਦੇ ਸਿੱਕੇ ਲਿਆ ਕੇ ਦਿੱਤੇ ਤੇ ਕਿਹਾ, ਭਰਾਵਾ, ਤੂੰ ਇਹਨਾਂ ਸਿੱਕਿਆਂ ਨੂੰ ਵੇਚ ਕੇ ਬਾਜ਼ਾਰੋਂ ਖਾਣ ਲਈ ਕੁਝ ਅਨਾਜ ਤੇ ਕੱਪੜੇ ਲੈ ਆ। ਤੂੰ ਆਪਣੀ ਗਲਤੀ ਮੰਨ ਲਈ, ਇਹੀ ਕਾਫੀ ਹੈ। ਛੋਟੇ ਭਰਾ ਦੀ ਦਇਆ ਦੇਖ ਕੇ ਉਹ ਹੋਰ ਵੀ ਜ਼ਿਆਦਾ ਸ਼ਰਮਿੰਦਾ ਮਹਿਸੂਸ ਕਰਨ ਲੱਗੇ। ਸੋ ਉਹਨਾਂ ਨੂੰ ਆਪਣੀ ਕਰਨੀ ਦੀ ਸਜ਼ਾ ਮਿਲ ਚੁੱਕੀ ਸੀ। ਉਹ ਸਮਝ ਗਏ ਸੀ ਕਿ ਉਹ ਵੀ ਸਿੱਧੇ ਸਾਦੇ ਭਰਾ ਨਾਲ ਬੇਈਮਾਨੀ ਕਦੇ ਨਹੀਂ ਕਰਨੀ ਚਾਹੀਦੀ। ਭਰਾ ਦਾ ਹਿੱਸਾ ਖਾਣ ਵਾਲੇ ਨੂੰ ਭਗਵਾਨ ਬਹੁਤ ਬੁਰੀ ਸਜ਼ਾ ਦਿੰਦਾ ਹੈ। ਤੁਸੀਂ ਰਾਮਾਇਣ ਵਿੱਚ ਸੁਣਿਆ ਹੋਵੇਗਾ ਕਿ ਬਾਲੀ ਨੇ ਆਪਣੇ ਭਰਾ ਸੁਗਰੀਵ ਨੂੰ ਉਸਦੇ ਧਨ ਤੇ ਰਾਜ ਤੋਂ ਵਾਂਝਾ ਕਰ ਦਿੱਤਾ ਸੀ ਤੇ ਸ਼੍ਰੀ ਰਾਮ ਨੇ ਬਾਲੀ ਨੂੰ ਮਾਰ ਕੇ ਉਸਨੂੰ ਸਜ਼ਾ ਦਿੱਤੀ ਤੇ ਸੁਗਰੀਵ ਨੂੰ ਬਾਲੀ ਦਾ ਪੂਰਾ ਰਾਜ ਸੌਂਪ ਦਿੱਤਾ। ਰਾਵਣ ਨੇ ਵੀ ਆਪਣੇ ਭਰਾ ਵਿਭੀਸ਼ਣ ਨੂੰ ਲੱਤ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਸੀ ਤੇ ਉਸਦਾ ਨਤੀਜਾ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਵਿਭੀਸ਼ਣ ਨੂੰ ਹੀ ਲੰਕਾ ਦਾ ਰਾਜ ਮਿਲਿਆ। ਕੌਰਵਾਂ ਨੇ ਵੀ ਪਾਂਡਵਾਂ ਦਾ ਹਿੱਸਾ ਨਹੀਂ ਦਿੱਤਾ। ਇਸ ਦਾ ਨਤੀਜਾ ਇਹ ਹੋਇਆ ਸੀ ਕਿ ਸਾਰੇ ਦੇ ਸਾਰੇ ਕੌਰਵ ਮਾਰੇ ਗਏ ਤੇ ਧਰਮਰਾਜ ਪੂਰੇ ਰਾਜ ਦਾ ਰਾਜਾ ਬਣਿਆ। ਭਰਾ ਦਾ ਹਿੱਸਾ ਖਾਣ ਵਾਲੇ ਦਾ ਹਮੇਸ਼ਾ ਸਰਵਨਾਸ਼ ਹੀ ਹੁੰਦਾ ਹੈ। ਇਸ ਲਈ ਭਰਾ ਦਾ ਹਿੱਸਾ ਕਦੇ ਵੀ ਨਹੀਂ ਖਾਣਾ ਚਾਹੀਦਾ। ਇਹ ਸਭ ਤੋਂ ਵੱਡਾ ਅਪਰਾਧ ਹੈ। ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਵੀਡੀਓ ਜਿਹੜੀ ਵਧੀਆ ਲੱਗੀ ਹੋਵੇਗੀ, ਔਰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਕਿਵੇਂ ਦੀ ਲੱਗੀ। ਲਾਈਕ ਸ਼ੇਅਰ ਕਰਨਾ ਨਾ ਭੁੱਲਣਾ। ਜਿਉਂਦੇ ਬਾਜ਼ੇ ਰਹੋ। ਰੱਬ ਤੁਹਾਨੂੰ ਤਰੱਕੀਆਂ ਦੇਵੇ।